ਤੇ ਹੁਣ ਸੰਗਤਾਂ ਨੂੰ ਬੇਨਤੀ ਆ ਕਿ ਪਹਿਲਾਂ ਤਾਂ ਜੋ ਚੇਅਰਮੈਨ ਸਾਹਿਬ ਜਗਦੀਸ਼ ਸਿੰਘ ਜੀ ਨੇ ਜੋ ਸੁਮੇਨੀ ਸੰਗਰਾਂਦ ਦਿਹਾੜੇ ਦੀ ਵਿਆਖਿਆ ਸਾਰੀ ਕਰ ਦਿੱਤੀ ਆ, ਪਰ ਆਪਾਂ ਅੱਜ ਬਚਪਨ ਦੀ ਗੱਲ ਕਰੀਏ। ਜੋ ਗੁਰੂ ਗ੍ਰੰਥ ਦੀ ਬਾਣੀ ਦੇ ਮੁਤਾਬਕ ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ। ਦੇਖੋ ਜੀ, ਪ੍ਰਮਾਤਮਾ ਨੂੰ ਧਰਨ ਦੀ ਲੋੜ ਨਹੀਂ ਹੈ। ਜੇ ਆਪਣੇ ਮਨ ਵਿੱਚ ਭੁਲੇਖਾ ਵੀ ਅਸੀਂ ਸਿਮਰਨ ਕਰਦੇ ਹਾਂ, ਭਗਤੀ ਕਰਦੇ ਹਾਂ, ਪ੍ਰਮਾਤਮਾ ਵਾਸਤੇ ਕਰਦੇ ਹਾਂ, ਪ੍ਰਮਾਤਮਾ ਨੂੰ ਧਰਨ ਦੀ ਲੋੜ ਨਹੀਂ। ਹੁਣ ਆ ਜੋ ਸਾਡੇ ਮਨ ਵਿੱਚ ਭਰਮ ਪਿਆ ਹੋਇਆ ਵੀ ਸਤਿਯੁਗ, ਤ੍ਰੇਤਾ, ਦੁਆਪਰ ਜਾਂ ਕਲਯੁਗ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਪਰਮਾਤਮਾ ਨੇ ਦਿਨ ਨਹੀਂ ਬਣਾਏ ਜੀ, ਪਰਮਾਤਮਾ ਨੇ ਘੰਟੇ ਨਹੀਂ ਬਣਾਏ, ਤੇ ਮਨੁੱਖ ਦੀ ਸੋਚ ਨੇ ਦਿਨ ਬਣਾ ਦਿੱਤੇ। ਮਨੁੱਖ ਦੀ ਸੋਚ ਮੁਤਾਬਕ ਘੰਟੇ ਬਣੇ, ਦਿਨਾਂ ਤੋਂ ਹਫ਼ਤੇ ਬਣ ਗਏ, ਹਫ਼ਤੇ ਨੂੰ ਸਾਲ ਬਣ ਗਏ, ਸਾਲ ਤੋਂ ਫਿਰ ਸਦੀਆਂ ਬਣ ਗਏ, ਫਿਰ ਯੁੱਗ ਬਣ ਗਏ। ਦੁਆਰਾ ਫਿਰ 10ਵੀਂ ਦੀ ਗੱਲ ਹੋਏ, ਦਿਨ ਜਾਂ ਮਹੀਨੇ, ਯੁੱਗ ਜਾਂ ਸਦੀਆਂ ਰੱਬ ਨੇ ਨਹੀਂ ਬਣਾਏ। ਸਤਿਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਏ ਜੀਓ। ਸਤਿਯੁਗ ਦੀ ਜੋ ਵਿਆਖਿਆ ਹੈ, ਇਹ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਾ ਕਥਾਵਾਚਕ ਹੈ, ਉਹਨਾਂ ਦੀ ਕਿਤਾਬ ਹੈ ਗੁਰਮਤਿ ਮੋਤੀ, ਭਾਗ ਦੂਜਾ, ਐਡੀਸ਼ਨ 2020, ਪੰਨਾ ਨੰਬਰ 10 ਦੇ ਉੱਪਰ ਹੈ। ਸਤਿਯੁਗ ਵਿੱਚ ਕੀ ਹੋਇਆ? ਪ੍ਰਹਲਾਦ ਦਾ ਪੋਤਾ ਰਾਜਾ ਬਲ ਤੇ ਇੱਕ ਇੰਦਰ ਦੇਵਤਾ, ਇੱਕ ਹੈ ਜੀ ਵਿਸ਼ਨੂੰ, ਤਿੰਨਾਂ ਦਾ ਸਤਿਯੁਗ ਦੀ ਕਹਾਣੀ ਹੈ। ਇਹ ਸੁਣਿਆ ਹੌਲੀ ਹੌਲੀ ਕਰਕੇ ਆਪਾਂ ਵਿਆਖਿਆ ਕਰਦੇ ਹਾਂ। ਕਹਿੰਦੇ ਰਾਜਾ ਬਲ ਨੇ ਇੰਨੀ ਤਪੱਸਿਆ ਕੀਤੀ, ਸਾਰੇ ਹੀ ਜੋ ਦੇਵਤੇ ਸੀ ਉਹ ਜਿੱਤ ਲਏ। ਇੰਦਰ ਦੇਵਤੇ ਨੂੰ ਜਿੱਤਣ ਵਾਸਤੇ ਫਿਰ ਰਾਜਾ ਬਲ ਨੇ ਯੱਗ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਆਖਰੀ ਯੱਗ ਰਹਿ ਗਿਆ, ਇੰਦਰ ਦੇਵ ਦੇ ਮਨ ਵਿੱਚ ਆਈ ਗੱਲ ਵੀ ਜੇ ਇਹਨੇ ਆਖਰੀ ਯੱਗ ਵੀ ਕਰ ਦਿੱਤਾ, ਕਿਤੇ ਮੈਨੂੰ ਵੀ ਨਾਮ ਜਿੱਤ ਲਵੇ। ਇੰਦਰ ਦੇਵਤੇ ਨੇ ਫਿਰ ਵਿਸ਼ਨੂੰ ਨੂੰ ਬੇਨਤੀ ਕੀਤੀ ਵੀ ਤੂੰ ਮੇਰੀ ਮਦਦ ਕਰ, ਵੀ ਇਹ ਨਾ ਹੋਵੇ ਕਿ ਰਾਜਾ ਬਲ ਮੈਨੂੰ ਵੀ ਜਿੱਤ ਲਵੇ। ਹੁਣ ਜੱਗ ਆਖਰੀ ਰਹਿ ਗਿਆ ਸੀ। ਕਹਿੰਦੇ ਫਿਰ ਇੰਦਰ ਦੇਵਤੇ ਨੇ ਵਿਸ਼ਨੂੰ ਨੂੰ ਬੇਨਤੀ ਕੀਤੀ ਵੀ ਤੂੰ ਰਾਜਾ ਬਲ ਨੂੰ ਕਹਿ ਮੈਨੂੰ 2.5 ਕਰਮ ਜਗ੍ਹਾ ਦੇਵੇ। ਜੋ ਇਹ ਮਿਥਿਆਸ ਆ ਜੀ, ਵੈਸੇ ਸੱਚਾਈ ਨਹੀਂ ਹੈ ਇਹਦੇ ਵਿੱਚ। ਕਹਿੰਦੇ ਵਿਸ਼ਨੂੰ ਨੇ ਬੌਣੇ ਬ੍ਰਾਹਮਣ ਲਿਖਿਆ, ਭਾਈ ਅਮਰੀਕ ਸਿੰਘ ਜੀ ਨੇ ਬੌਣੇ ਬ੍ਰਾਹਮਣ ਦਾ ਰੂਪ ਧਾਰ ਕੇ ਰਾਜਾ ਬਲ ਨੂੰ ਕਿਹਾ ਵੀ ਤੂੰ ਮੈਨੂੰ 2.5 ਕਰਮ ਜਗ੍ਹਾ ਦੇ। ਰਾਜਾ ਬਲ ਦਾ ਗੁਰੂ ਸੀ ਸ਼ੁਕਰ। ਰਾਜਾ ਬਲ ਨੇ ਆਪਣੇ ਸ਼ੁਕਰ ਗੁਰੂ ਨੂੰ ਪੁੱਛਿਆ ਵੀ ਕੀ ਮੈਂ ਜਗ੍ਹਾ ਦੇ ਦੇਵਾਂ। ਕਹਿੰਦੇ ਸ਼ੁਕਰ ਨੇ ਰੋਕਿਆ ਸੀਗਾ ਰਾਜਾ ਬਲ ਨੂੰ, ਤੂੰ ਇਹ ਕੰਮ ਨਾ ਕਰੀ, ਉਹਨੂੰ 2.5 ਕਰਮ ਜਗ੍ਹਾ ਨਾ ਦੇ। ਪਰ ਰਾਜਾ ਬਲ ਦਾ ਜੋ ਸੁਭਾਅ ਸੀ ਉਹ ਦਾਨੀ ਸੁਭਾਅ ਦਾ ਮਾਲਕ ਸੀ। ਉਸ ਨੇ ਵਿਸ਼ਨੂੰ ਨੂੰ ਹੁੰਗਾਰਾ ਭਰਤਾ ਵੀ ਮੈਂ ਤੈਨੂੰ 2.5 ਕਰਮ ਜਗ੍ਹਾ ਦੇ ਦਾਂਗਾ। ਜੋ ਉਸਨੇ 2 ਕਰਮ ਜਗ੍ਹਾ ਪਹਿਲਾਂ ਲਈ, ਇੱਕ ਕਰਮ ਲੋਕ ਮੱਤ ਦੇ ਵਿੱਚ ਧਰਤੀ ਤੇ, ਇੱਕ ਕਰਮ ਆਕਾਸ਼ ਦੇ ਵਿੱਚ। ਇਹ ਹੋ ਸਕਦਾ ਜੀ ਕਦੇ? ਜੋ ਇਤਿਹਾਸ ਆ ਸਤਿਯੁਗ ਦਾ, ਸੋਚੋ ਮਨ ਦੇ ਵਿੱਚ। ਜੋ ਅੱਧਾ ਕਦਮ ਰਹਿ ਗਿਆ ਉਹ ਫਿਰ ਰਾਜਾ ਬਲ ਕਹਿੰਦਾ ਤੂੰ ਮੇਰੇ ਸਰੀਰ ਉੱਪਰ ਰੱਖ ਲਾ। ਕਹਿੰਦੇ ਉਹ ਸਰੀਰ 'ਤੇ ਰੱਖਿਆ ਤੇ ਉਹਨੂੰ ਹੇਠਾਂ ਧਰਤੀ ਵਿੱਚ ਧੱਸਦਾ ਵੀ ਤੂੰ ਇੱਥੇ ਬੈਠ ਕੇ ਭਗਤੀ ਕਰ। ਇਹ ਆ ਸਤਿਯੁਗ ਦੀ ਕਹਾਣੀ। ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਸੋਚ ਤੇ ਸੁਰਤ ਦੀ ਗੱਲ ਕੀਤੀ ਵੀ ਗੁਰੂ ਗ੍ਰੰਥ ਦੀ ਬਾਣੀ ਨੇ। ਕੋਈ ਮਨੁੱਖ ਕਰੇ ਸਤਿਯੁਗ ਵੀ ਬਣ ਸਕਦਾ, ਕਲਯੁਗ ਵੀ ਬਣ ਸਕਦਾ, ਤ੍ਰੇਤਾ ਵੀ ਬਣ ਜਾਂਦਾ। ਕੱਲ੍ਹ ਹਰੋਂ ਜ਼ਿਆਦਾ ਤਾਂ ਵਿਆਖਿਆ ਨਹੀਂ ਕਰਨੀ, ਤੁਹਾਨੂੰ ਥੋੜ੍ਹਾ ਦੱਸ ਦੇਂ ਬਸ ਜੋ ਮਨ ਵਿੱਚ ਆ ਗੱਲ ਆ ਗਈ। ਜੋ ਕੱਲ੍ਹ ਸਾਡਾ ਮੰਜੀ ਸਾਹਿਬ ਹੈ, ਜਿੱਥੇ ਕਥਾ ਹੁੰਦੀ ਹੈ ਰੋਜ਼ਾਨਾ, ਮੰਜੀ ਸਾਹਿਬ ਨੇ ਅਖਬਾਰ ਪੜ੍ਹਿਆ ਉਸ ਵੇਲੇ, ਪਰ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਜੀ, ਹਰ ਇੱਕ ਗੱਲ ਦਾ ਮਸਲਾ ਹੱਲ ਹੋ ਸਕਦਾ ਸੀ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਕਿਆ ਕਰਦੇ ਹਨ ਸਿੱਖ ਸੰਗਤ ਨੂੰ, ਭਾਈ 6ਵੇਂ ਪਾਤਸ਼ਾਹ ਅਕਾਲ ਤਖ਼ਤ ਦੇ ਉੱਪਰ ਵੀ ਜੋ ਤੁਹਾਡੇ ਘਰੇਲੂ ਮਸਲੇ ਦਾ ਘਰ ਬੈਠ ਕੇ ਹੱਲ ਕਰਿਆ ਕਰੋ, ਪਰਿਵਾਰ ਦੇ ਵਿੱਚ ਬੈਠ ਕੇ ਹੱਲ ਕਰਿਆ ਕਰੋ। ਜੋ ਜਥੇਬੰਦਕ ਮਸਲੇ ਆ ਉਹ ਵੀ ਬੈਠ ਕੇ ਵਿਚਾਰ ਹੋਣੀ ਚਾਹੀਦੀ ਸੀ। ਪਰ ਜੋ ਕੱਲ੍ਹ ਹੋਇਆ ਬਹੁਤ ਹਾਲਾਤ ਖਰਾਬ ਹੋਏ। ਕੱਲ੍ਹ ਕਈ ਸਾਡੇ ਸਿੰਘਾਂ ਦੇ ਦਸਤਾਰਾਂ ਵੀ ਲਾਈਆਂ ਗਈਆਂ। ਇਹ ਹਰਮੰਦਰ ਸਾਹਿਬ ਗੱਲ ਕਰ ਰਿਹਾ ਮੈਂ। ਮੰਜੀ ਸਾਹਿਬ ਨੂੰ ਆਲੇ ਦੁਆਲੇ ਲੋਕ ਲਾਦੇ ਸਨ, ਦੇਖ ਲਓ YouTube 'ਤੇ ਕੱਢ ਕੇ।
तब खरा अपने शाबाश ਸਿੰਘ ਨੇ, पर दुख ना कहना बैरे। चलो आप गल करिए ਉਹੀ भी आप कितने सतयुग की गल। हुण करिए त्रेते की गल। त्रेता युग आया, अंतर जोर पाया। त्रेते युग की कहानी की है जी। रामचंद्र, दशरथ, दशरथ पत्नियां कौशल्या, ककई, सूर्पनखा, रावण ते लक्ष्मण। विस्तार नाल करेंगे आप। कहते दशरथ राजे दी दो पत्नियां सन। राजा दशरथ ने कोई जंग लड़ी जिस में जित्तां प्राप्त हुई, जिस इसकी जो इस्त्री सी ककई ने बहुत मदद की थी। राजा दशरथ कहन लगे ककई नूं भी जो तेरी मन की मंग है तू मंग ला, तेरी पूरी करूँ मैं, क्योंकि तैं मेरी जो जंग के जित प्राप्त हुई है तो बहुत मदद की है मेरी। अपनी घर वाले कहन लगा। ककई कहन लगी भी जो समा आएगा मैं तो मंग मनना ही, उस समय मन्नी, पर अजे मेरी कोई मंग नहीं है। जो दूसरी पत्नी है वह है कौशल्या। ककई के कुख तो लक्ष्मण का जन्म होया तो कौशल्या के कुख तो रामचंद्र का जन्म होया। राजा दशरथ जो उसका पुत्र रामचंद्र जी विद्या प्राप्त करके आए घर वापस ਜਾਂ पढ़ के आए तो राजा दशरथ के मन में यही होया भी मेरा पुत्र है जो विद्या पढ़ के आया रामचंद्र जी, मैं उन्होंने राज तक देवां। जो इस गल का ककई नूं पता लगे, हम उन्हें अपनी मंग रखती दशरथ राज के अगे भी तुसीं मैनूं कहा सी भी तैं मेरी मदद की जंग दे विच, ते हुण मेरी मंग ये आ भी जो तेरा पुत्र है रामचंद्र जी ਉਹਨੂੰ बनवास कट्टण वास्ते ते भेज दे बाहर। ककई दा जो मन के राजा दशरथ ने रामचंद्र नूं बनवास कट्टण वास्ते भेजिया सी। जो बनवास कट्टण वास्ते भेजिया, जिस गदारी के कंढे के उपर बादशाह दरवेश गुरु गोबिंद सिंह नूं शाह बहादुर ने जो कि एक हीरा दिता सीगा, वो हीरा गुरु गोबिंद सिंह ने गदारी मारिया भगा के। शाह बहादुर कहन लगे भी जेकर तुसीं गुरु जी हीरा सुट्टना सी मैनूं दे दे, जां पासे जिहड़े मैं जाण के तक लै आंदा। गुरु गोबिंद सिंह कहना कि भाई तैं हीरा सानूं भेटा कर दो, जो असीं मर्जी करिए। हुण साडे भी हालात यही है जी। चलो इत्थे खैर किरपा है नहीं, असीं गुरु घरां दे उपर आम तौर पर पक्खियां उपर अपने बजुर्गों का जां कोई भी ढाई करो नाम लिखवाने आ। ये सोचो जी तुसीं जिन्ने अपने घर में पक्खे लगे ना किसी पर नाम नहीं होंदा, किसी बजुर्गों का नाम, पर गुरु घर में असीं अपना नाम प्रगट करते। हालांकि दिता सब परमात्मा ने। चलो आप गल की थी भी उस गदावरी के कंढे के उपर जदों सूर्पनखा आई लक्ष्मण के कोल, जिस समय रामचंद्र बनवास कट्टण गया सी, वो कहता सूर्पनखा कहती लक्ष्मण भी तू मेरे नाल ब्याह करा ला। लक्ष्मण कहता मैं नहीं ब्याह कराउणा। दोबारा फिर आई सूर्पनखा तो लक्ष्मण ने वह नक वढ़ता। सानूं हुण पता ही कहानी का, पर यह त्रेते युग की कहानी है। जो त्रेते युग में की होया भी कहानी नहीं कही। राजा दशरथ, उसकी दो पत्नियां कौशल्या, ककई, रामचंद्र, लक्ष्मण, सूर्पनखा ते रावण। बस आ कहानी है त्रेते की। हुण आपां जी द्वापर दे विच द्वापर युग आया, भरम भरमाया। इत्थे भरम की गल की है गुरु जी ने, गुरु ग्रंथ साहिब बाणी करी है। द्वापर दे विच है जी भगवान कृष्ण, दो इन्हां दा पिता है वासुदेव, जो इन्हां दी माता है देवकी, ते भगवान कृष्ण का जो मामा है राजा कंस। राजे कंस नूं किसी ने ब्रह्मण ने भरम पा दिता भी जो तेरी मौत आ वो तेरे भाणजे दे हत्थों होनी है। अजे भाणजा कोई नहीं, किसी ने नहीं जन्म लिया सीगा। कहने कंस ने फिर ना अपनी सगी भैन देवकी ते अपना जीजे नूं वासुदेव नूं जेल विच रखिया। कंस की सगी भैन देवी के कुखों 8 बच्चों का जन्म होया ते 8 मार दिते गए। जो कहते भगवान कृष्ण का जन्म होया, चलो भगवान कहनी कि निकल मूहरे विचों कृष्ण जी कह रही आप जो कृष्ण का जन्म होया, भगवान का कभी जन्म नहीं होंदा जी, रब का कभी जन्म नहीं होंदा।
आप ही ना आप साजो आप ही ना रजनो दो ही को साजे कर आसन डिठो जाओ। चलो किसी ने जन्म होया कहते देवकी ने अपनी सोच के मुताबक सियाण के मुताबक कृष्ण जी को गोकुल में भेजता। कृष्ण जी को गवालिया ने पालिया जी। जो कृष्ण कहने जवान होया उस समय फिर कृष्ण ने कंस को मारिया तो जो यदा नाना से उधर सैन को फिर वो ताक दिता जो बलवान ने लिखा अमरीक ने लिखा चंडीगढ़ वाले ने। जो कहानी है जी ये कालजुग की गल कर ली आप कालजुग बीज बीजे बिन नामे सब लाहा मूल गवाया। जेड़ा मनुख सिद्धांत तो तिड़क गया है रब के सिद्धांत तिड़क गया वो फिर जिन्ना मां नाम तो बिना फिर वो कालजुग बन जाता जी। अज बनया अपने पंजाब क्यों हालात ये बने हुए कल बनया हरमंदिर साहब पता अपन सब पता सुनने अपन अज ज्ञानी देव सिंह बारे सूरबीर योद्धा पैदा होना चाहिए। सूरबीर योद्धा ज्ञानी देव सिंह होया सुनियो गरीब परिवार के जो है पहला रविदास जी ने करी आप ये विचार साझी कर ली सू पता लग आनंदपुर कलौड़ के ज्ञानी देव सिंह ज्ञान घर में गरीबी होने करके एक गोपालधारी डेरे में पढ़िया अंबाड़ी ये इन्हों की डेरा से एक सी अगे संपरदा लाहौर के ज्ञानी देव सिंह ने गोपालधारी डेरे के हिंदू धर्म बारे या होर धर्मों बारे गुरु ग्रंथ साहिब की बाणी बारे इतिहास बारे सारी उन्होंने विचार उन्हें पढ़ ली थी समझ ली। कहने फिर गोपाल दास ने जो चट्ठियां वाला डेरा वाजे लाहौर के उस अज भी होए उत्थे भेजता भी सियाणा बहुत आ समझ बड़ी है इनू। जो ज्ञानी सिंह देव सिंह ने लाहौर पहुंचा चट्ठियां वाले डेरे के संत देसा सिंह चट्ठियां वाला लग्या हुआ तो देसा सिंह ने फिर उन्होंने सारे कपड़े पवाते जोड़े आप आम देते हैं आप अज वो हालांकि बदवान था बहुत तगड़े उन्होंने उत्थे मिले वह जो मेल होया ज्ञानी देव सिंह जी का प्रोफैसर गुरमुख सिंह नाल ये ओरिएंटल कॉलेज में प्रोफैसर सी ज्ञानी गुरमुख सिंह जी। ज्ञानी गुरमुख सिंह ने सोचा भी सियाणा बहुत आ ते बलवान बहुत आ जेकर थोड़ा जिहा होर दस्सिया जाए तो होर भी बड़ा बलवान बन सकता है। ज्ञानी गुरमुख सिंह के कहने के उपर ज्ञानी देव सिंह ने ज्ञानी पास की। उस तो बाद जो सिंह सभा लहर चली ਜਾਂ ਖਾਲਸਾ ਅਖਬਾਰ ਛਾਪਣੇ ਸ਼ੁਰੂ ਕੀਤੇ उस समय जी जो अज हो रहा बड़ा दुख नाल कहना फिर बड़ा बहुत ही दुख नाल बाबा खेम सिंह बेदी बैठे हरमंदिर साहब के बराबर गुरु ग्रंथ साहिब बराबर गद्दा ला के जिहड़ा अपने आप मत्थे टेकाउणा हुंदा सी। जो साडा हरमंदिर साहब सरोवर है जी उहदे आले दुआले सनातन धर्म दी मूर्तियां रख दित्तियां सन इन्हां लोकां ने। ज्ञानी देव सिंह ने प्रोफैसर गुरमुख सिंह ने दस भी बेनती कर लवे जिस समय महाराजा रणजीत सिंह की मौत होनी थी कुछ दिन पहला गया ਸੀ महाराजा रणजीत सिंह ने अपने मंत्रियों को इकट्ठे करके बुलाया मीटिंग हुई भी सिखां दे विच कदे दफा ना होण दिओ। जो उहदा बेटा सी महाराजा खड़क सिंह ये गुलाब सिंह डोगरा मंत्री सी ये लाहौर का भी चलो मेरी तो हम रब नूं मैं प्यारा हो ही जाना मौत मेरी हो जाती है। सामने धरंग का दौरा पै गया सारे बैद या डॉक्टर जवाब दे गए सन महाराजा सिंह भी सिख राज के कदे फुट ना पैण दिओ भी सिर साड़ा सिख राज कायम रहेगा। ये महाराजा रणजीत ने कहा 1839 मई 1839 1849 तक इन्नी गिरावट आ गई कि महाराजा रणजीत सिंह मौके 1 करोड़ सिख सन। जो अज भी हालात यही आ जी अज भी हालात यही आ 82 लाख सिख साडे सिक्खी धर्म छड्ड के पासे हो गए सन ईसाई धर्म कबूल कर लिया। अज गुरु के लंगर में असीं प्रशादे का वरताउने लंगर वरताउणा चाहिए पर सिर उपर साडे रमाल होंदे आ दस्तारां च असीं साबत सूट दस्तार सिरा। चलो आप गल ये साझी करें कहते सिंह दी लंबा पर हो जाना भाई साहब आए ने कथा करने वास्ते। ज्ञानी देव सिंह ने फिर 18 लाख सिख रह गए सन सिर्फ हरमंदिर साहब बाबा खेम सिंह बेदी अपने मत्थे टेकाउंदा सी। इत्थों तक अरदासिया सिखां की देख प्रवान नहीं की जाती।
ਗਿਆਨੀ ਦੇਸਨ ਸਿੰਘ ਸਭਾ ਲਹਿਰ ਚਲਾਈ, ਜਿਹਨੂੰ ਅੱਜ ਯਾਦ ਇਹ ਵੀ ਦੁੱਖ ਨਾਲ ਕਹਿਣਾ ਪੈ ਰਿਹਾ ਜੀ। ਗਿਆਨੀ ਦੇਵ ਸਿੰਘ ਦੀ ਉਮਰ ਸੀ 51 ਸਾਲ ਦੀ। 1850 ਜਨਮ ਹੋਇਆ, 1901 ਵਿੱਚ ਉਹਦੀ ਜੋ ਮੌਤ ਹੋਈ ਪਰਮਾਤਮਾ ਨੂੰ ਪਿਆਰਾ ਹੋਇਆ। ਕਈਆਂ ਨੇ ਤਾਂ 62 ਕਿਤਾਬਾਂ ਲਿਖੀਆਂ, 83 ਵੀ ਲਿਖੀਆਂ ਨੇ, ਬਸ 56 ਜ਼ਿਆਦਾ ਨੇ ਲਿਖਿਆ। 56 ਕਿਤਾਬਾਂ ਲਿਖੀਆਂ ਅੱਜ ਸਾਡੇ ਸ਼੍ਰੋਮਣੀ ਕਮੇਟੀ ਦੇ ਲੈਵਲ 'ਚੋਂ ਨਹੀਂ ਮਿਲਦੀਆਂ। ਗੁਰਦੁਆਰਾ ਦੁਖਨਿਵਾਰਨ ਪਟਿਆ ਆਪਣੇ ਤਖਤ ਦਮਨ ਸਾਹਿਬ ਵਿਖੇ ਸਿਰਫ ਇੱਕ ਕਿਤਾਬ ਛੋਟੀ ਮਿਲੀ ਸੰਖੇਪ ਰੂਪ ਦੇ ਵਿੱਚ, ਵੱਧ ਤੋਂ ਵੱਧ 100 ਪੰਨਿਆਂ ਦੀ। ਅਤੇ ਦੁੱਖ ਜੋ ਗੁਰਦੁਆਰਾ ਦੁਖਨਿਵਾਰਨ ਪਟਿਆਲਾ ਉੱਥੋਂ ਕੋਈ ਕਿਤਾਬ ਨਹੀਂ ਮਿਲਦੀ। ਦੁਰਗਾ ਗੂੰਗਾ ਕਪੌੜਾ, ਦੁਰਗਾ ਪ੍ਰਬੋਧ, ਸੁਲਤਾਨ ਪਵਾੜਾ, ਹਾਲਾਂਕਿ ਸਾਨੂੰ ਇਹ ਸਾਰੀਆਂ ਕਿਤਾਬਾਂ ਮਿਲਣੀਆਂ ਚਾਹੀਦੀਆਂ ਸੀ। ਮੈਂ ਇਹ ਨਹੀਂ ਮੈਂ YouTube 'ਤੇ ਹੀ ਪਹਿਲਾਂ ਪਾਇਆ ਹੈ। ਜੋ ਸਾਡੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿੰਨੀਆਂ ਵੀ ਗੁਰੂ ਘਰ ਹਨ, ਸਾਰੀਆਂ ਲਾਇਬ੍ਰੇਰੀਆਂ ਗਿਆਨੀ ਦੇਵ ਸਿੰਘ ਦੇ ਨਾਮ 'ਤੇ ਪਰ ਹੋਣੀਆਂ ਚਾਹੀਦੀਆਂ ਸੀ। ਜੋ ਅਕਾਲੀ ਲਹਿਰ ਬਣੀ, ਅਕਾਲੀ ਲਹਿਰ ਚਲਾਈਏ ਗਿਆਨੀ ਦੇਵ ਸਿੰਘ ਦੇਣਾ, ਜਾਂ ਸਾਡੀ ਸ਼੍ਰੋਮਣੀ ਪ੍ਰਬੰਧਕ ਖਾਲਸਾ ਅਖਬਾਰ ਛਾਪੇ ਉਹਨੇ ਗਿਆਨੀ ਦੇਵ ਸਿੰਘ ਜੀ ਨੇ, ਅਤੇ ਉਸ ਤੋਂ ਬਾਅਦ ਫਿਰ ਸਿੰਘ ਸਭਾ ਲਹਿਰ ਚਲਾਈ। ਚਲੋ ਇਹ ਸੀ ਉਦੋਂ ਦੀ ਸਿਧਾਂਤ ਸੀ, ਜੋ ਉਹਦੀ ਸੋਚ ਸੀ ਗਿਆਨੀ ਦੇਵ ਸਿੰਘ ਜੀ ਦੀ, ਵੀ ਜਿੰਨੇ ਗੁਰੂ ਘਰ ਨੇ ਇਤਿਹਾਸਕ ਗੁਰੂ ਘਰ ਨੇ ਉਹ ਗੁਰੂਆਂ ਦੇ ਨਾਂ 'ਤੇ ਹੋਣੇ ਚਾਹੀਦੇ। ਜਿਵੇਂ ਬਾਬਾ ਗਰੇਤਾ ਜੀ ਗੁਰਦੁਆਰਾ ਹੈ, ਗੁਰੂ ਹਰਗੋਬਿੰਦ ਸਾਹਿਬ ਗੁਰੂਸਰ ਗੁਰਦੁਆਰਾ ਹੈ, ਜਾਂ ਗੁਰੂ ਤੇਗ ਬਹਾਦਰ ਗੁਰੂ ਘਰ ਹਨ। ਜਿਹੜੇ ਸਾਡੇ ਸਿੱਖ ਇਤਿਹਾਸਕ ਗੁਰਦੁਆਰੇ ਨੇ ਉਹ ਗੁਰੂਆਂ ਦੇ ਨਾਂ 'ਤੇ ਹੋਣੇ ਚਾਹੀਦੇ ਆ। ਬਾਕੀ ਜਿੰਨੇ ਗੁਰੂ ਘਰ ਨੇ ਉਹ ਸਿੰਘ ਸਭਾ ਨਾਲ ਉੱਪਰ ਹੋਣੇ ਚਾਹੀਦੇ ਆ। ਕਿਉਂ ਅੱਜ ਪਿੰਡਾਂ ਦੇ ਜੇ ਭਗਤ ਦਾ ਗੁਰਦੁਆਰਾ ਵੱਖਰਾ, ਭਗਤ ਨੇ ਦਾ ਵੱਖਰਾ, ਭਗਤ ਨਾਮ ਦੇ ਦਾ ਵੱਖਰਾ, ਵੱਖੋ ਵੱਖਰੇ ਗੁਰਦੁਆਰੇ ਬਣ ਗਏ। ਗੁਰੂ ਦੇਖੋ ਗੁਰੂ ਦੀ ਕਿੰਨੀ ਕਿਰਪਾ ਗੁਰੂ ਅਰਜਨ ਦੇਵ ਜੀ ਨੇ 15 ਭਾਗ ਦੇ ਵਿੱਚ ਭਗਤ ਫਰੀਦ ਜੀ ਮੁਸਲਮਾਨ ਹਨ, ਭਗਤ ਜੈਦੇਵ ਬ੍ਰਾਹਮਣ ਆ, ਭਗਤ ਬੈਣੀ ਜੀ ਬ੍ਰਾਹਮਣ ਹਨ। ਗੁਰੂਆਂ ਨੇ ਤਾਂ ਇਕੱਠੇ ਕੀਤਾ ਸੀ। ਹਾਂ, ਗੁਰੂ ਘਰ ਜਿੰਨੇ ਮਰਜ਼ੀ ਬਣਾ ਲਓ, ਪਰ ਸਭ ਨੂੰ ਉੱਥੇ ਆਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਗਿਆਨੀ ਦੇਵ ਸਿੰਘ ਨੇ ਫਿਰ ਅਖਬਾਰ ਵਿੱਚ ਛਾਪਣੇ ਕੀਤੇ। ਇੱਕ ਸਾਡੀ ਥੋੜ੍ਹੀ ਹੋਰ ਵਿਚਾਰ ਆ ਗਈ ਮਨ ਦੇ ਵਿੱਚ। ਆਰੀਆ ਸਮਾਜ ਦਾ ਪ੍ਰਚਾਰਕ ਸਵਾਮੀ ਦਇਆਨੰਦ ਗੁਜਰਾਤ ਤੋਂ ਕੱਢਿਆ ਹੋਇਆ 1877 'ਚ ਆਇਆ ਸੀਗਾ, ਜਿਹੜਾ ਆਪਣੇ ਗੁਰੂ ਘਰਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਥਾ ਵੀ ਕਰਦਾ ਸੀ। ਸਿਰ ਤੋਂ ਮੋਨਾ ਸੀ, ਦਾੜੀ ਹਜਾਮਤ ਕਰਦਾ ਹੁੰਦਾ ਸੀ, ਕਿਸੇ ਨੂੰ ਗੱਲ ਨਹੀਂ ਸੀ ਆਉਣ ਦਿੰਦਾ। ਉਹ ਗਿਆਨੀ ਦੇਵ ਸਿੰਘ ਨੂੰ ਕਾਫੀ ਵੱਡਾ ਸੀ ਉਹ। ਜਦੋਂ ਕਹਿੰਦੇ 1880 ਦੇ ਵਿੱਚ ਲਾਹੌਰ ਵਿੱਚ ਸਭਾ ਹੋਈ ਨਾ, ਜਾਂ 1877 ਲਾ ਲਈਏ ਆਪਾਂ, ਵੀ ਗਿਆਨੀ ਦੇਵ ਸਿੰਘ ਨੂੰ ਕੁਐਸਚਨ ਪੁੱਛਿਆ। ਆਮ ਬੰਦੇ ਨੂੰ ਕਿਸੇ ਗੱਲ ਨਹੀਂ ਸੀ ਆਉਣ ਦਿੰਦਾ। ਉਹ ਸਵਾਮੀ ਦਇਆਨੰਦ ਦੀ ਗੱਲ ਕਰਦਾ ਨਾ, ਆਰੀਆ ਸਮਾਜ ਦਾ ਪ੍ਰਚਾਰਕ। ਗਿਆਨੀ ਦੇਵ ਸਿੰਘ ਵੀ ਕਹਿੰਦਾ ਵੀ ਇਹ ਸ੍ਰਿਸ਼ਟੀ ਕਿਸ ਤਰ੍ਹਾਂ, ਮੈਂ ਕਹਿੰਦਾ ਪਰਮਾਤਮਾ ਨੇ ਬਣਾਈ ਹੈ। ਉਹ ਕਹਿੰਦਾ ਕਿਸ ਤਰ੍ਹਾਂ ਬਣਾਈ ਆ? ਸਵਾਮੀ ਦਇਆਨੰਦ ਕਹਿੰਦਾ ਇਹ 5 ਪਰਮਾਣੂ ਤੋਂ ਬਣੀ ਆ। ਬਸ ਗਿਆਨੀ ਦੇਵ ਸਿੰਘ ਦਾ ਗੱਲਾਂ ਵਾਲਾ ਹੀ ਆ, ਜਿਵੇਂ ਅੱਜ ਕੱਲ੍ਹ ਬਾਬੇ ਨਹੀਂ ਗੱਲਾਂ ਕਰਦੇ। ਇਹਨੂੰ ਸੋਚ ਸਮਝ ਦੱਸੋ। ਪਹਿਲੀ ਵਾਰ ਸਭਾ 'ਚ ਹਰਾਇਆ ਗਿਆਨੀ ਦੇਵ ਸਿੰਘ ਸਵਾਮੀ ਦਇਆਨੰਦ ਨੂੰ, ਜਿਹਦੇ ਨਾਂ ਦੇ ਉੱਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ। ਸਵਾਮੀ ਦਇਆਨੰਦ ਦੇ ਨਾਂ ਦੇ ਉੱਪਰ DAV ਸਕੂਲ ਬਣ ਗਏ, DAV ਕਾਲਜ ਬਣ ਗਏ, DMC ਹਸਪਤਾਲ ਬਣ ਗਿਆ। ਸਾਨੂੰ ਅੱਜ ਕਈ ਪਿੰਡਾਂ ਵਿੱਚ ਗਏ ਕਥਾ ਕਰਨ ਵਾਲੇ 6 ਸਤੰਬਰ ਨੂੰ ਨਾ ਉਹਨਾਂ ਦੀ ਬਾਸੀ ਮਨਾਈ ਗਈ ਆ। 6 ਸਤੰਬਰ 1901 ਨੂੰ ਪਰਮਾਤਮਾ ਨੂੰ ਪਿਆਰੇ ਹੋਏ ਸੀ। ਹਾਲਾਂਕਿ ਇੱਕ ਗੁਰੂ ਘਰ ਵਿੱਚ ਤਾਂ ਮੈਂ ਪਤਾ ਨਹੀਂ 10 ਵਾਰੀ ਇਹੀ ਕਥਾ ਕਰਦੀ ਗਿਆਨੀ ਦੇਵ ਸਿੰਘ ਦੀ, 10 ਵਾਰੀ ਲਗਾਤਾਰ। ਉਹਨਾਂ ਨੂੰ ਪੁੱਛਿਆ ਕਿ ਸਾਨੂੰ ਪਤਾ ਨਹੀਂ ਗਿਆਨੀ ਦੇਵ ਸਿੰਘ ਕੌਣ ਆ। ਅਸੀਂ ਆਏ ਗੁਰੂ ਘਰ ਆਏ, ਮੱਥਾ ਟੇਕਿਆ, ਬਾਬ ਸਤਿਗੁਰੂ ਕੀ ਪ੍ਰਤੀਤ ਨਾ ਆਈਏ, ਸ਼ਬਦ ਨਾਲ ਲਾਗੂ ਪਾਓ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਉਡਾ ਵਜੋ। ਫਿਰ ਭਾਵੇਂ 100 ਵਾਰੀ ਆ ਗਈ। ਬਾਬਾ ਰਾਮ ਰਾਏ ਰਿਹਾ, ਬਾਬਾ ਪ੍ਰਿਥੀ ਚੰਦ ਰਿਹਾ, ਧੀਰੇ ਮੱਲ ਰਿਹਾ। ਗੁਰੂ ਘਰ ਦੇ ਸਾਹਿਬਜ਼ਾਦਿਆਂ ਸੀ, ਗੁਰੂਆਂ ਦੇ। ਧੀਰੇ ਮੱਲ ਗੁਰੂ ਹਰਿ ਸਾਹਿਬ ਦਾ ਸਾਹਿਬਜ਼ਾਦਾ ਸੀ। ਗੁਰੂ ਹਰਿ ਸਾਹਿਬ ਦਾ ਸਗਾ ਭਰਾ ਸੀ। ਗੁਰੂ ਗਲਤੀ ਲਾਈ ਨਹੀਂ, ਗੁਰੂ ਹਰਿ ਸਾਹਿਬ ਜੋ ਬੇਟਾ ਸੀ ਉਹ ਸੀ ਬਾਬਾ ਰਾਮ ਰਾਏ, ਅਤੇ ਪ੍ਰਿਥੀ ਚੰਦ ਗੁਰੂ ਅਰਜਨ ਸਗਾ ਭਰਾ ਸੀ। ਚਲੋ ਆਪਾਂ ਗੱਲ ਕਰੀਏ ਵੀ ਸਵਾਮੀ ਦਇਆਨੰਦ ਨੂੰ 3 ਵਾਰੀ ਹਰਾਇਆ ਗਿਆਨੀ ਦੇਵ ਸਿੰਘ ਨੇ, ਪੰਜਾਬ ਛੱਡ ਕੇ ਭੱਜ ਗਿਆ ਸੀ। ਖਾਲਸਾ ਸਕੂਲ, ਖਾਲਸਾ ਕਾਲਜ ਗਿਆਨੀ ਦੇਵ ਸਿੰਘ ਨੇ ਦੇਣਾ, ਸਿੰਘ ਸਭਾ ਗੁਰਦੁਆਰੇ। ਹਰਿਮੰਦਰ ਸਾਹਿਬ ਵਿੱਚ ਹੋ ਰਿਹਾ ਪਖੰਡ ਗਿਆਨੀ ਦੇਵ ਸਿੰਘ ਨੇ ਦੂਰ ਕੀਤਾ ਸੀ। ਸਿੱਖਾਂ ਨੂੰ ਦੁਬਾਰਾ ਮੋੜਾ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਤੋੜਿਆ। ਅੱਜ ਅਸੀਂ, ਮੈਂ ਇਹ ਵੀ ਦੁੱਖ ਨਾਲ ਕਹਿਣਾ ਪੈ ਰਿਹਾ ਜੀ। ਚਲੋ ਮੈਂ ਇਹ ਨਹੀਂ ਕਿਹਾ ਮੰਗਲਾ ਸਾਹਿਬ ਕਥਾ ਹੋਣੀ ਚਾਹੀਦੀ 10ਵੇਂ ਗ੍ਰੰਥ ਦੀ ਕਥਾ, ਮੈਂ 10ਵੇਂ ਗ੍ਰੰਥ ਦੀ ਗੱਲ ਕਰਦਾ। ਮੈਂ ਆਪ ਕੋਲ ਬੜੇ ਸਾਰਾ ਹੈ, ਜੰਗਾਂ ਬਾਰੇ ਬਹੁਤ ਜਿਹਾ ਲਿਖਿਆ, ਇਤਿਹਾਸ ਬਾਰੇ ਬਹੁਤ ਜਿਹਾ ਲਿਖਿਆ ਆ, ਪਰ ਵਿੱਚ ਜਿਹੜੀਆਂ ਹੋਰ ਕਹਾਣੀਆਂ ਪਾਈਆਂ ਨੇ ਉਹ ਅਸੀਂ ਆਪਣੀ ਭੈਣ ਦੇ, ਆਪਣੀ ਮਾਂ ਦੇ, ਆਪਣੀ ਘਰ ਵਾਲੀ ਦੇ ਸਾਹਮਣੇ ਬੈਠੇ ਮੈਂ ਨਹੀਂ ਪੜ੍ਹ ਸਕਦਾ। ਸਾਡੇ ਵਿਦਵਾਨਾਂ ਨੇ ਕਿਹਾ ਸੀ ਵੀ ਜੋ ਜਿਹੜੀਆਂ ਮਾੜੀਆਂ ਚੀਜ਼ਾਂ ਨੂੰ ਕੱਢ ਦਿਓ ਵਿੱਚੋਂ। ਹਾਂ, ਗੁਰੂਆਂ ਦਾ ਇਤਿਹਾਸ ਆ, 7 ਗੁਰੂਆਂ ਦਾ ਇਤਿਹਾਸ ਹੈ, 6 ਗੁਰੂਆਂ ਦਾ ਇਤਿਹਾਸ ਹੈ, ਲੱਖੋਂ ਜੋ ਪ੍ਰਚਲਿਤ ਕਹਾਣੀ ਉਹਨਾਂ ਨੂੰ ਕੱਢ ਦਿਓ ਵਿੱਚੋਂ। ਉਹਨਾਂ ਨੂੰ
500 कुछ कहानियां ने, मैं आप खुद पढ़िया 10 ग्रंथ। चलो आप गल करिए भी अज ज्ञानी देव सिंह की लोड़ सानूं ਉਹ ਜਿਹੇ सूरज ਉਹਦੇ ਦੀ ਜਿਹੜਾ महाराजा रਣजीत सिंह तो बाद होया। एक रविदास के घर में जन्म लिया, बहुत गरीब घरों जी, डेरे जाके पढ़िया वो, जिन्हें हरमंदर साहब हो रहा पखंड दूर किया। खेम सिंह बेदी को बाहों फड़ के बाहर कढ़िया, कहना सौखा। नाले उन्होंने समय में जो गोरा ने यह कहता अखबार ये कढ़ाता सी अज तो 10 साल सिख जो थोनों लाइब्रेरियां सिख अजायब घर में दसिया करनगे, दस्तारां से रहन देनियां। होर अज यही कुछ हो रहा, क्यों हो रहा? गुरबाणी टुट गई। नादर शाह कहना कि जगजिया खां भी, नादर शाह कहना भी जो मैं पंजाब पढ़दा जो सिख है सिंह है मैनूं घेरा पा लेंदे आ भी बड़े कमाल दे ने, भी हले जंगलों में रहिंदे आ। जगजिया खां कहना भी की कारण? नादर शाह कहना भी क्यों मैनूं घेरा पा लेंदे, ढेल लैंदे मैनूं पंजाब च बाण नहीं दिंदे। जगजिया खां दे बोल सन भी सिखां नूं गुरबाणी नाल तोड़ दिओ ते हरमंदर साहब नाल तोड़ दिओ, ये जिते जा सकते हैं। अज ये कुछ हो रहा जी, अज यही कुछ हो रहा। सिख जंगलों में भी रहा है पर सिख सिक्खी सिद्धांतों ने तोड़े टुटे, सिक्खी पालते रहे। कानूमान का जो युद्ध होया जी 1746 के सिर्फ 25,000 सिख सन जी। इसका है ना 1850 की गल की आप ज्ञानी देव सिंह की। 1746 के 10,000 सिख जो कि अहम शाह अब्दाली की गल कर रहे हैं आप। कानूमान जंगल में शहीद होते, कई किलोमीटर तक लाशा लंबिया पी, बच्चे ने भी सिखा नहीं भी, पर सिख फिर भी चढ़ती कला रहे हैं। अज असी कि सानू ओहदे प्यारे हो गई, सानू अज भगत पूर्ण सिंह पढ़ना जो इतिहास, भगत पूर्ण सिंह परम श्री अवार्ड मिलिया सीगा जो 84 में कितना कुछ हरमंदर साहब अकाल तख्त उन्हें चिट्ठी लिखी पहला गया भगत पूर्ण सिंह जी ने, कहना आ थोड़ा अवार्ड मिलिया मैनू जो पौंडा साहब 2 बसाइयां सी बच्चों दियां, ये पंजाब का दिखांत किताब आ जसवंत सिंह कमल ने लिखी हुई, वो लिखा है ये इतिहास भी जो साढ़े सिख साढ़े वीर साड़ियाँ भैणां जां साढ़े बजुर्ग आए सन हरमंदर साहब दर्शन करने वास्ते 5वें पातशाह के शहीदी दिहाड़े के उपर, तो उन्होंने की कसूर सी? तुसीं ये दसो सानू, उन्होंने की कसूर सी? भगत पूर्ण सिंह जी ने जो परम श्री अवार्ड की चिट्ठी लिखी चक के मारिया बाहर भी चुको आना बाड़े हजे वार की मैनूं लोड़ नहीं हैगी। सानूं अज इहो जिहा सिख होने चाहिए आ। ये संतोख तां होगा महासंतोख होवे गुरबचन, जिस गुरु जी बाणी महासंतोख वाला हो जाता। भाई मानसुख भाई भगीरथ सिंह मन में रहा, भाई तारू सिंह जी सन, भाई महताब सिंह मीरा कोटिया, भाई सुखा सिंह कंबोगे, भाई हरजिंदर सिंह जिंदा, भाई सुखदेव सिंह सुखा, भाई सतवंत सिंह, भाई बेअंत सिंह। एक बार ना जगजिया खां ने आप नादर शाह ने यह कहा सी, जगजिया खां नादर शाह भी इन्होंने सिक्खी नाल तोड़ दिओ, गुरबाणी नाल तोड़ दिओ, फिर हरमंदर साहब तोड़ दिओ, जिते जा सकते। अज ये कुछ हो रहा घर जिंदे लागे उत्ते पढ़ लो सुन लो, अज अज यूट्यूब से कट गए, ज़्यादा विस्तार में नहीं जाना। तो भाई महताब सिंह मीरा कोटिया जो जगजिया खां ने यह ऐलान करता जो मत्था रंगण बैठा सी उत्ते, जगजिया खां कहण लग्या बई जो हरमंदर साहब के सरोवर में इशनान किसी सिख को कर नहीं देना, क्यों लाहौर बैठा जगजिया खां मत्था रंगण हरमंदर साहब के बैठा, सानूं पर पता है। तो बिरथी कदे ना हो भी जानकी उतार। भाई महताब सिंह मीरा कोटिया जिस समय बहन लग्या होया सी भी हरमंदर साहब के कोई सिख इशनान नहीं कर सकता। देखो बीकानूर किन्नी दूर आई हरमंदर साहब तो 450 किलोमीटर पैंदा रास्ता, आउण जाण 900 किलोमीटर बनता, मैं नैट से कढ़िया सीगा। भाई महताब सिंह मीरा कोटिया घोड़े समेत जो बैन लगे होया सी, इसे भुलेखा ना पै जाए, घोड़े समेत सरोवर में इशनान हो गया सी। बड़े इतिहास। फिर भाई महताब सिंह मीरा कोटिया गया जो बीकानेर पहुंचे, उसने कहा भी मत्था रंगड़ उत्थे पखंड कर रहा, डांसर नचा रहा, जो पैसा जज हो रहा, ये भी दुख ना कहना मैं रहा। प्यो धी की बांह फड़ के नची जाता, देख लो किसी पैसे हम तो लॉकडाउन लग्या, देखो जाके तो सौहरा नौं की बांह फड़ के नची जाता। कि सिद्धांत भी सिखा है जो मत्था रंगण किया हरमंदर साहब उ अज हो रहा। जे अज असीं बाणी पढ़ी होंदी
ਚਲੋ ਆਪਾਂ ਭਾਈ ਮਹਤਾਬ ਸਿੰਘ ਮੀਰਾ ਕੋਟੀਆ, ਭਾਈ ਸੁੱਖਾ ਸਿੰਘ ਕੰਬੋਗੇ ਦੇ ਮੇਰੇ ਵਿਚਾਰ ਸਿੰਘ ਜੀ ਉੱਥੇ ਸਿੱਖ ਬਹੁਤ ਸਨ ਵੀਕਾਂ ਨੇ, ਹਾਲਾਂਕਿ ਸਿੱਖ ਜੰਗਲਾਂ ਵਾਲੇ ਰਹਿੰਦੇ ਸਨ ਜੀ ਉਹਨਾਂ ਸਮੇਂ ਦੇ ਵਿੱਚ ਵੀ ਮੱਥਾ ਰੰਗਣ ਨੇ ਗੰਦ ਪਾਇਆ ਹਰਿਮੰਦਰ ਸਾਹਿਬ ਦੇ ਵਿੱਚ, ਦਾਨਸਰਾਂ ਨੇ 14 ਦਾਰੂ ਦੇ ਪਿਆਲੇ ਸਾਂਝੇ ਕਰਦਾ। ਫਿਰ ਕਹਿੰਦੇ ਦੋਵੇਂ ਸਿੱਖ ਭਾਈ ਮਹਤਾਬ ਸਿੰਘ ਮੀਰਾ ਕੋਟੀਆ, ਭਾਈ ਸੁੱਖਾ ਸਿੰਘ ਕੰਬੋਗੇ ਘੋੜੇ ਦੇ ਸਵਾਰ ਹੋ ਕੇ ਚੱਲੇ ਸਨ। 450 ਕਿਲੋਮੀਟਰ ਰਸਤਾ ਥੋੜ੍ਹਾ ਨਹੀਂ ਹੁੰਦਾ ਜੀ। ਪਹਿਲਾਂ ਆ ਕੇ ਸੋਚਿਆ ਵੀ ਆਪਾਂ ਕਿਵੇਂ ਪਹੁੰਚਾਂਗੇ, ਜੋ 83 ਦੇ ਹਾਲਾਤ ਸੀ 3 ਲੱਖ ਫੌਜ ਲੱਗੀ ਚੱਲ ਵਾਲੇ, ਅਤੇ ਉਸ ਸਮੇਂ ਇਹੀ ਹਾਲਾਤ ਸਨ। ਨਾਲੇ ਰਾਜ ਮੱਥਾ ਰੰਗਣ ਵਿੱਚ ਬੈਠਾ ਹਰਿਮੰਦਰ ਸਾਹਿਬ ਦੇ ਵਿੱਚ ਬੈਠਾ ਸੀ। ਫਿਰ ਉਹਨੇ ਰਸਤੇ ਵਿੱਚ ਆ ਕੇ ਸਲਾਹ ਹੋਣੀ ਵੀ ਆਪਾਂ ਕਿਵੇਂ ਪਹੁੰਚਾਂ। ਫਿਰ ਉਹਨਾਂ ਇੱਕ ਬੈਗ ਦੇ ਵਿੱਚ ਡੀਟੀਆਂ ਪਾਈਆਂ, ਆਪਾਂ ਕਹੀਏ ਘੜਿਆਂ ਦੇ ਉਹਨੇ ਠੀਕਰਾ ਕਹਿ ਲਈਏ ਆਪਾਂ। ਉਹ ਕਹਿੰਦੇ ਉਹ ਆਪਾਂ ਕਹਾਂਗੇ ਜਾ ਕੇ ਵੀ ਉੱਥੇ ਜਾ ਕੇ ਵੀ ਅਸੀਂ ਜੋ ਸਰਕਾਰ ਦਾ ਟੈਕਸ ਉਹ ਜਮ੍ਹਾਂ ਕਰਾਉਣਾ ਹੈ। ਉਹ ਫਿਰ ਜਦੋਂ ਆਏ ਨਾ, ਉਸ ਸਮੇਂ ਦੀ ਹਰਿਮੰਦਰ ਸਾਹਿਬ ਪ੍ਰਕਰਮਾਂ ਕੱਚੀਆਂ ਸਨ। ਇਹ ਵੀ 10 ਬੇਨਤੀ ਕਰ ਲਵੇ ਭਾਈ ਸਾਹਿਬ, ਲਾ ਲਿਓ ਕੋਈ ਟਾਈਮ। ਜੋ ਬੇਰੀ ਹੈ ਉਸ ਸਮੇਂ ਪ੍ਰਕਰਮਾਂ ਕੱਚੀਆਂ ਸਨ, ਦੁਬਾਰਾ ਫਿਰ ਬੇਨਤੀ ਕਰ ਲਵੇ। ਉੱਥੇ ਬੇਰੀ ਨਾਲ ਘੋੜੇ ਬੰਨੇ, ਫੌਜ ਤਾਂ ਲੱਗੀ ਸੀ ਉਹਨਾਂ ਆਲੇ। ਉਹਨਾਂ ਨੂੰ ਕਹਿਣ ਲੱਗੇ ਵੀ ਦੇਖੋ ਅਸੀਂ ਟੈਕਸ ਭਰਾਉਣਾ ਸਾਹਿਬ ਦਾ, ਸਰਕਾਰ ਦਾ ਚੌਧਰੀ ਹਾਂ, ਮੱਥਾ ਨੂੰ ਦੇਣਾ ਹੋ ਕੇ ਜਗੇ ਸਾਨੂੰ ਪਹੁੰਚਦਾ ਕਰ ਲਓ ਹੋਰ। ਅਤੇ ਫਿਰ ਕਹਿੰਦੇ ਦੋਨੇ ਸਿੰਘ ਫਿਰ ਭਾਈ ਮਹਤਾਬ ਸਿੰਘ ਮੀਰਾ ਕੋਟੀਆ, ਸੁੱਖਾ ਸਿੰਘ ਕੰਬੋਗੇ, ਉਹਨਾਂ ਨੂੰ ਸ਼ਰਾਬ ਜਿੱਤ ਪੀਤੇ ਮਜ਼ਦੂਰ ਹੋਏ, ਪਲ ਹੋਏ ਵਿੱਚ ਆਏ, ਆਪਣਾ ਪਰਾਇਆ ਪਛਾਣੇ, ਖਾਸ ਨੂੰ ਧੱਕੇ ਖਾਏ। ਆਪਣੇ ਆਪਣੀ ਪਛਾਣ ਨਹੀਂ ਸੀ ਉਹਨੂੰ ਕਿਸੇ ਦੀ, ਦੂਜੇ ਦੀ। ਹੁਣ ਸਿੰਘਾਂ ਨੇ ਕਿਤੇ ਪਛਾਣ ਹੋਣੀ। ਫਿਰ ਸਿੰਘਾਂ ਨੇ ਪਹਿਲਾਂ ਤਾਂ ਉਹਨੂੰ ਬੈਗ ਦਿੱਤਾ ਹੋਰ ਠੀਕਰੀਆਂ ਵਾਲਾ, ਟੈਕਸ ਸੀ ਨਾ, ਅਤੇ ਫਿਰ ਉਹਦਾ ਸਿਰ ਵੱਢ ਕੇ ਉੱਥੇ ਨਹੀਂ ਰਹਿਣ ਦਿੱਤਾ ਵੀ ਉੱਥੇ ਰਹਿਣ ਦਾ। ਜੋ ਸਾਡਾ ਸਰਕਾਰਾਂ ਸੀਸ ਰੱਖਿਆ ਬਾਬਾ ਦੀਪ ਸਿੰਘ, ਸਰਕਾਰਾਂ ਸੀਸ ਰੱਖਿਆ ਗਿਆ ਬਾਬਾ ਦੀਪ ਸਿੰਘ। ਅੱਜ ਅਸੀਂ ਯਾਦ ਕਰਦੇ ਉਹਨਾਂ ਨੂੰ। ਪਰ ਜਿਸ ਦੀ ਸੋਚ ਮੈਲੀ ਸੀ, ਮਾੜੀ ਸੋਚ ਸੀ, ਉਹ ਫਿਰ ਬੀਕਾਨੇਰ ਦੇ ਵਿੱਚ ਲੈ ਕੇ ਆਏ। ਜੋ ਸਾਡਾ ਸੀਸ ਸੋਚ ਵਧੀਆ ਸੀ, ਗੁਰੂ ਤੇਗ ਬਹਾਦਰ ਸੀਸ ਭਾਈ ਦੇਸਾ ਨਹੀਂ ਲੈ ਕੇ ਆਉਂਦਾ ਸੀ, ਅਨੰਦਪੁਰ ਸਾਹਿਬ ਲੈ ਕੇ ਆਉਂਦਾ। ਇੰਨੀਆਂ ਬੇਨਤੀ ਪ੍ਰਵਾਨ ਕਰੋ ਜੀ। ਦੱਸਦਾ ਇਹੀ ਬੇਨਤੀ ਹੁੰਦੀ ਆ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਾਂ ਰੱਬ ਦਾ ਦਿਨਾਂ ਨਾਲ ਤੇ ਕੋਈ ਸੰਬੰਧ ਨਹੀਂ ਹੈ, ਜਾਂ ਸਦੀਆਂ ਨਾਲ ਜਾਂ ਯੁੱਗਾਂ ਨਾਲ ਕੋਈ ਸੰਬੰਧ ਨਹੀਂ। ਦੱਸਣ ਪਹਿਲਾਂ ਬੇਨਤੀ ਕਰ ਲਈ ਹੈ, ਸਤਯੁਗ ਤੇ ਦੁਆਪਰ ਤੇ ਕਲਯੁਗ ਜਦ ਮਰਜ਼ੀ ਬਣਾ ਲਓ, ਚਾਹੇ ਤੋਂ ਗੇਟ ਤੋਂ ਬਾਹਰ ਜਾ ਕੇ ਬਣਾ ਲਓ। ਬਣਿਆ ਕਈਆਂ ਦਾ, ਆ ਬਣਿਆ ਸਰਸੇ ਵਾਲੇ ਦਾ। 10ਵੇਂ ਪਾਤਸ਼ਾਹ ਜਮਾਂ ਪਾਇਆ ਸੀ ਉਹਨੇ, ਹੰਕਾਰੀ ਜੱਥੇਦਾਰਾਂ ਨੇ ਮਿਲਿਆ ਕਿ ਤੂੰ ਮਾਫੀ ਮੰਗ ਲਾ ਭਰਾਵਾ, ਗਲਤੀ ਹੋ ਗਈ ਤੇਰੇ ਕੋਲੋਂ। ਜੇਕਰ ਸੱਜਣ ਠੱਗ ਗਿਆ ਨਾ, ਮੇਰੇ ਤੋਂ ਭੁੱਲਾਂ ਹੋ ਗਈ, ਉਹਨੇ ਮੈਨੂੰ ਭੁੱਲਣਾ ਅੰਦਰ ਸਭ ਕੁਝ ਭੁੱਲ ਗੁਰੂ ਕਰਦਾ। ਗੁਰੂ ਬਖਸ਼ ਦਿੰਦਾ, ਬਖਸ਼ ਦੇਣਾ ਸੀ ਉਹਨੂੰ। ਅੱਜ ਜੇਲ੍ਹ 'ਚ ਨਹੀਂ ਬੈਠਣਾ ਮੈਂ ਤਾਂ। ਗਲਤੀ ਤਾਂ ਹੋ ਜਾਂਦੀ ਇਨਸਾਨ ਤੋਂ, ਪਰ ਬੰਦਾ ਜੇ ਗਲਤੀ ਮੰਨ ਲਵੇ ਤਾਂ ਉਹ ਬੰਦਾ ਬਣ ਜਾਂਦਾ। 10ਵੇਂ ਪਾਤਸ਼ਾਹ ਜਾਮਾ ਪਾ ਕੇ ਉਹਨੇ ਪਖੰਡ ਕੀਤਾ ਸੀ, ਜੋ ਪ੍ਰਵਾਜ ਜੇਲ੍ਹ 'ਚ ਭੁਗਤ ਰਿਹਾ ਹੈ। ਜੇ ਆ ਬੀਜੇ ਸੋਲਣ ਕਰਮਨ ਸੁਣਾ ਆਪੇ ਵੀ ਆਪੇ ਕਰਮੀ ਆਪੋ ਆਪਣੀ ਕੀ ਨੜੇ ਕੇ ਤੋਲ। ਇੰਨੀਆਂ ਬੇਨਤੀਆਂ ਬਣਾਉਣਗੇ ਹਰ